ਗੁਰੂ ਗੋਬਿੰਦ ਸਿੰਘ ਜੀ ਦੀ ਪਹਿਲੀ ਜੰਗ ਜਦੋਂ ਉਹਨਾਂ ਦੀ ਉਮਰ 22 ਸਾਲ ਦੀ ਸੀ, ਬਿਨਾਂ ਕਿਸੇ ਤਿਆਰੀ ਤੋਂ ਲੜੀ, ਜਿਸ ਨੂੰ ਗੁਰੂ ਸਾਹਿਬ ਜੀ ਨੇ ਆਪ ਬਚਿੱਤਰ ਨਾਟਕ ਵਿੱਚ ਦਰਜ ਕੀਤਾ ਹੈ। ਵੰਡ ਕੇ ਛਕਣਾ ਅਤੇ ਸੋਧਾ ਲਾਉਣਾ ਦੋਵੇਂ ਵੱਖ-ਵੱਖ ਸਿਧਾਂਤ ਹਨ, ਪਰ ਦੋਵਾਂ ਨੂੰ ਸੇਵਾ ਸਮਝ ਕੇ ਕਰਨਾ। ਇਸ ਦਾ ਵਿਸਥਾਰ ਇਸ ਵੀਡੀਓ ਦੇ ਵਿੱਚ ਇੰਨੇ ਵਧੀਆ ਤਰੀਕੇ ਨਾਲ ਕੀਤਾ ਹੈ ਕਿ ਜਾਣ ਲੱਗੇ ਤੁਸੀਂ ਆਪ ਚੈਨਲ ਨੂੰ ਸਬਸਕ੍ਰਾਈਬ ਕਰਕੇ ਜਾਓਗੇ। ਜੇਕਰ ਤੁਸੀਂ ਭੰਗਾਣੀ ਦੀ ਜੰਗ ਪਹਿਲਾਂ ਸੁਣੀ ਹੈ ਤਾਂ ਅਸੀਂ ਦਾਅਵੇ ਨਾਲ ਕਹਿ ਸਕਦੇ ਹਾਂ ਕਿ ਤੁਹਾਨੂੰ ਇਸ ਦੇ ਵਿੱਚੋਂ 100 ਚੀਜ਼ਾਂ ਅਜਿਹੀਆਂ ਮਿਲਣਗੀਆਂ ਜਿਸ ਦਾ ਤੁਹਾਨੂੰ ਪਹਿਲਾਂ ਨਹੀਂ ਪਤਾ ਹੋਵੇਗਾ। ਇਸ ਜੰਗ ਦੀ ਆਰੰਭਤਾ 5 ਵਸਤੂਆਂ ਤੋਂ ਹੋਈ, ਜਿਨ੍ਹਾਂ ਵਿੱਚ ਸਭ ਤੋਂ ਮੁੱਖ ਪ੍ਰਸ਼ਾਦੀ ਹਾਥੀ ਸੀ। ਪ੍ਰਸ਼ਾਦੀ ਹਾਥੀ ਕੱਦ ਦਾ ਛੋਟਾ ਸੀ ਅਤੇ ਪੂਛ ਤੋਂ ਲੈ ਕੇ ਸੁੰਨ ਤੱਕ ਚਿੱਟੀ ਲਾਈਨ ਸੀ, ਜੋ ਉਸ ਦੀ ਸ਼ੋਭਾ ਨੂੰ ਵਧਾਉਂਦੀ ਸੀ। ਇਹ ਪ੍ਰਸ਼ਾਦੀ ਹਾਥੀ ਸਾਹਿਬ ਸ੍ਰੀ ਗੁਰੂ ਗੋਬਿੰਦ ਸਿੰਘ ਜੀ ਦੇ ਉੱਪਰ ਚੌਰ ਕਰਦਾ ਸੀ, ਜੋ ਕਿ ਇੱਕ ਅਨੋਖੀ ਗੱਲ ਹੈ, ਜਿਸ ਕਾਰਨ ਇਸ ਨੂੰ ਪ੍ਰਸ਼ਾਦੀ ਕਿਹਾ ਜਾਂਦਾ ਸੀ ਕਿ ਇਹ ਵਾਹਿਗੁਰੂ ਦੀ ਕਿਰਪਾ ਸਦਕਾ ਹੀ ਹੋ ਰਿਹਾ ਹੈ। ਇਸ ਦੇ ਨਾਲ 4 ਵਸਤੂਆਂ ਹੋਰ ਸਨ। ਇਹ ਹਾਥੀ ਕਿੱਥੋਂ ਆਇਆ, ਉਹ ਵਸਤੂਆਂ ਕੀ ਹਨ, ਇਹਨਾਂ ਦੇ ਬਾਰੇ ਜਾਣਨ ਵਿੱਚ ਆਪਾਂ ਨੂੰ ਥੋੜਾ ਪਿੱਛੇ ਜਾਣਾ ਪਵੇਗਾ। ਜਦੋਂ ਪਾਤਸ਼ਾਹੀ ਨੌਵੀਂ ਗੁਰਮਤ ਦਾ ਪ੍ਰਚਾਰ ਕਰਦੇ ਹੋਏ ਅਸਾਮ ਦੇਸ਼ ਗਏ ਤਾਂ ਉੱਥੋਂ ਦਾ ਰਾਜਾ ਰਾਮ ਰਾਏ ਅਤੇ ਉਸ ਦੀ ਰਾਣੀ ਸਵਰਨਮਤੀ, ਜਿਨ੍ਹਾਂ ਦੇ ਘਰ ਬੇਟਾ ਨਹੀਂ ਸੀ, ਉਹਨਾਂ ਨੇ ਗੁਰੂ ਸਾਹਿਬਾਂ ਦੇ ਕੋਲੋਂ ਅਰਦਾਸ ਕਰਵਾਈ ਕਿ ਵਾਹਿਗੁਰੂ ਜੀ ਕਿਰਪਾ ਕਰੋ, ਸਾਡੇ ਘਰ ਬੇਟੇ ਦੀ ਦਾਤ ਆਵੇ ਜੋ ਸਾਡੇ ਰਾਜ ਦਾ ਅਗਲਾ ਵਾਰਸ ਬਣੇ। ਫਿਰ ਰਾਜੇ ਨੇ ਅਰਦਾਸ ਕੀਤੀ, ਮਹਾਰਾਜ ਜੀ, ਬੇਟੇ ਦੀ ਦਾਤ ਹੋਣ ਉਪਰੰਤ ਅਸੀਂ ਆਪ ਜੀ ਦੇ ਦਰਸ਼ਨਾਂ ਵਾਸਤੇ ਆਨੰਦਪੁਰ ਆਵਾਂਗੇ। ਸਮਾਂ ਬੀਤਿਆ, ਵਾਹਿਗੁਰੂ ਨੇ ਕਿਰਪਾ ਕਰ ਦਿੱਤੀ, ਉਹਨਾਂ ਦੇ ਘਰ ਬੇਟਾ ਪੈਦਾ ਹੋਇਆ। ਪਰ ਬੇਟੇ ਦੇ ਮੱਥੇ ਦੇ ਉੱਪਰ ਇੱਕ ਦਾਗ ਸੀ, ਜੋ ਇੱਕ ਪਾਸੇ ਸੀ, ਇਹ ਦਸਤਾਰ ਦੇ ਥੱਲੇ ਵੀ ਨਹੀਂ ਆਉਂਦਾ ਸੀ ਤੇ ਚਿਹਰੇ ਦੀ ਸਜਾਵਟ ਵੀ ਨਹੀਂ ਵਿਗਾੜਦਾ ਸੀ। ਰਾਣੀ ਨੂੰ ਇਸ ਗੱਲ ਦਾ ਪਤਾ ਸੀ ਕਿ ਇਹ ਨਿਸ਼ਾਨੀ ਹੈ, ਯਾਦ ਕਰਵਾਉਂਦੀ ਹੈ ਗੁਰੂ ਤੇਗ ਬਹਾਦਰ ਸਾਹਿਬ ਜੀ ਦੀ, ਸਾਨੂੰ ਉਹਨਾਂ ਦੇ ਦਰਸ਼ਨ ਕਰਨ ਜਾਣਾ ਚਾਹੀਦਾ ਹੈ। ਅਸਾਮ ਇੱਕ ਜੰਗਲੀ ਇਲਾਕਾ ਹੈ। ਜੰਗਲੀ ਇਲਾਕਾ ਹੋਣ ਦੇ ਕਾਰਨ ਉੱਥੇ ਹਾਥੀ ਬਹੁਤ ਹਨ। ਸਾਰੇ ਦੇਸ਼ ਦੇ ਵਿੱਚੋਂ ਸਭ ਤੋਂ ਕੀਮਤੀ ਹਾਥੀ ਜਿਹੜਾ ਸੀ ਉਹ ਪ੍ਰਸ਼ਾਦੀ ਹਾਥੀ ਸੀ। ਇਸ ਦੇ ਨਾਲ ਨਾਲ ਉਹਨਾਂ ਨੇ 5 ਕਲਾ ਸ਼ਸਤਰ, ਇੱਕ ਸ਼ਸਤਰ ਸੀ ਜੋ 5 ਤਰੀਕਿਆਂ ਨਾਲ ਵਰਤਿਆ ਜਾਂਦਾ ਸੀ। ਇੱਕ ਸੁਨਹਿਰਾ ਪਿਆਲਾ, ਇੱਕ ਖਿਡੌਣਾ ਜੋ ਪੁਤਲੀਆਂ ਵਰਗਾ ਸੀ। ਇਸ ਦੇ ਨਾਲ ਰਾਜਿਆਂ ਦੇ ਖੇਡਣ ਵਾਲੀ ਚੌਪਰ ਦੀ ਬਾਜੀ, ਜਿਸ ਨੂੰ ਅਸੀਂ ਲੁੱਡੋ ਕਹਿੰਦੇ ਹਾਂ। ਇਹ ਸਾਰੀਆਂ ਕੀਮਤੀ ਵਸਤੂਆਂ ਲੈ ਕੇ ਉਹ ਆਨੰਦਪੁਰ ਸਾਹਿਬ ਗੁਰੂ ਗੋਬਿੰਦ ਸਿੰਘ ਜੀ ਦੇ ਦਰਸ਼ਨਾਂ ਵਾਸਤੇ ਆਏ। ਇਹ ਵਸਤੂਆਂ ਵੱਡੇ ਵੱਡੇ ਦਰਬਾਰਾਂ ਵਿੱਚ ਸ਼ੋਭਦੀਆਂ ਸਨ। ਭੀਮ ਚੰਦ ਪਹਾੜੀ ਰਾਜਾ ਸੀ ਜੋ ਗੁਰੂ ਸਾਹਿਬਾਂ ਤੋਂ ਖਾਰ ਖਾਂਦਾ ਸੀ ਅਤੇ ਔਰੰਗਜ਼ੇਬ ਦਾ ਪਿੱਠੂ ਸੀ। ਉਸ ਨੂੰ ਡਰ ਸੀ ਕਿ ਗੁਰੂ ਸਾਹਿਬ ਮੇਰਾ ਰਾਜ ਹੀ ਨਾ ਕਿਤੇ ਹਥਿਆ ਲੈਣ। ਉਹ ਚਾਹੁੰਦਾ ਸੀ ਕਿ ਹਰ ਪਾਸੇ ਉਸੇ ਦੀ ਹੀ ਸਿਫਤ ਹੋਵੇ, ਪਰ ਗੁਰੂ ਸਾਹਿਬਾਂ ਦਾ ਪ੍ਰਤਾਪ ਜੋ ਬਹੁਤ ਜ਼ਿਆਦਾ ਸੀ, ਜਿਸ ਕਾਰਨ ਉਹ ਅੰਦਰੋਂ ਅੰਦਰੀ ਸੜਦਾ ਰਹਿੰਦਾ ਸੀ। ਸਮਾਂ ਬੀਤਿਆ, ਭੀਮ ਚੰਦ ਦੇ ਬੇਟੇ ਰਤਨ ਰਾਏ ਦਾ ਵਿਆਹ ਸੀ। ਭੀਮ ਚੰਦ ਦੇ ਬੇਟੇ ਰਤਨ ਰਾਏ ਦਾ ਵਿਆਹ ਆਇਆ। ਆਪਣੀ ਇੱਜ਼ਤ ਨੂੰ ਵਧਾਉਣ ਵਾਸਤੇ ਉਹ ਚਾਹੁੰਦਾ ਸੀ ਪ੍ਰਸ਼ਾਦੀ ਹਾਥੀ ਉਸ ਦੇ ਦਰਬਾਰ ਦੀ ਸ਼ੋਭਾ ਵਧਾਵੇ ਅਤੇ ਨਾਲ ਉਹ ਕੀਮਤੀ ਵਸਤੂਆਂ ਵੀ ਮਿਲਣ। ਉਸਨੇ ਗੁਰੂ ਸਾਹਿਬਾਂ ਤੋਂ ਇਹ ਸਾਰੀਆਂ ਦਾਤਾਂ ਮੰਗ ਲਈਆਂ। ਇਸ ਦੇ ਪਿੱਛੇ ਇੱਕ ਹੋਰ ਰਾਜ ਵੀ ਸੀ, ਜੋ ਇਹ ਸੀ ਭੀਮ ਚੰਦ ਦੀ ਨੀਅਤ ਮਾੜੀ ਸੀ। ਉਸਨੇ ਸਕੀਮ ਬਣਾਈ ਸੀ ਕਿ ਪਹਿਲਾਂ ਇਹ ਵਸਤੂਆਂ ਲੈ ਲਈਆਂ ਜਾਣ, ਜਦੋਂ ਗੁਰੂ ਸਾਹਿਬ ਵਾਪਸ ਮੰਗਣ ਤਾਂ ਅਸੀਂ ਉਹਨਾਂ ਨੂੰ ਇਹ ਦੇਵਾਂਗੇ ਨਹੀਂ। ਫਿਰ ਜਦੋਂ ਖਿੱਝ ਕੇ ਗੁਰੂ ਸਾਹਿਬ ਸਾਡੇ ਤੇ ਹਮਲਾ ਕਰਨਗੇ ਤਾਂ ਗੁਰੂ ਸਾਹਿਬ ਮੈਦਾਨੇ ਜੰਗ ਵਿੱਚ ਹੋਣਗੇ, ਅਸੀਂ ਕਿਲੇ ਵਿੱਚ ਹੋਵਾਂਗੇ। ਉਹਨਾਂ ਦਾ ਨੁਕਸਾਨ ਕਰਨਾ ਸਾਡੇ ਵਾਸਤੇ ਸੌਖਾ ਹੋਵੇਗਾ ਤੇ ਨਾਲੇ ਅਸੀਂ ਲੋਕਾਂ ਨੂੰ ਦੱਸਾਂਗੇ ਕਿ ਅਸੀਂ ਤਾਂ ਆਪਣੇ ਬਚਾਅ ਵਾਸਤੇ ਆਪਣੇ ਕਿਲੇ ਦੇ ਵਿੱਚ ਰਹਿ ਕੇ ਹੀ ਆਪਣਾ ਬਚਾਅ ਕੀਤਾ ਹੈ। ਗੁਰੂ ਸਾਹਿਬਾਂ ਨੇ ਆਪ ਸਾਡੇ ਤੇ ਹਮਲਾ ਕੀਤਾ ਹੈ, ਅਸੀਂ ਉਹਨਾਂ ਤੇ ਹਮਲਾ ਨਹੀਂ ਕੀਤਾ। ਇਹਦੇ ਵਿੱਚ ਉਸਨੇ 2 ਫਾਇਦੇ ਸਨ, ਉਹ ਬਦਨਾਮੀ ਤੋਂ ਵੀ ਬਚਦਾ ਸੀ ਅਤੇ ਆਪਣਾ ਨਿਸ਼ਾਨਾ ਵੀ ਪੂਰਾ ਕਰ ਸਕਦਾ ਸੀ। ਪਰ ਗੁਰੂ ਸਾਹਿਬ ਸਮਝਦੇ ਸਨ, ਇਸ ਘਟਨਾ ਨੂੰ ਸਮਝਦੇ ਸਨ, ਜਿਸ ਕਾਰਨ ਗੁਰੂ ਸਾਹਿਬਾਂ ਨੇ ਉਹਨਾਂ ਨੂੰ ਇਹ ਵਸਤੂਆਂ ਦੇਣ ਤੋਂ ਹੀ ਇਨਕਾਰ ਕਰ ਦਿੱਤਾ। ਗੁਰੂ ਗੋਬਿੰਦ ਸਿੰਘ ਜੀ ਨੇ ਜਦੋਂ ਪੰਜਾਬੀ ਅਨੁਵਾਦ ਸੰਸਕ੍ਰਿਤ ਦੇ ਗ੍ਰੰਥਾਂ ਦਾ ਕਰਵਾਉਣਾ ਸ਼ੁਰੂ ਕੀਤਾ ਤਾਂ ਜਿਸ ਗ੍ਰੰਥ ਦਾ ਸਭ ਤੋਂ ਪਹਿਲਾਂ ਅਨੁਵਾਦ ਕਰਾਇਆ ਪੰਡਿਤ ਸ਼ਿਵ ਸੈਨਾ ਦੇ ਕੋਲੋਂ ਚਾਣਕਿਆ ਨੀਤੀ ਦਾ ਕਰਵਾਇਆ ਸੀ। ਗੁਰੂ ਸਾਹਿਬਾਂ ਨੇ ਜਵਾਬ ਤਾਂ ਦਿੱਤਾ ਹੀ ਦਿੱਤਾ, ਨਾਲ ਇੱਕ ਗੱਲ ਹੋਰ ਵੀ ਕਹਿ ਦਿੱਤੀ ਕਿ ਵਿਆਹ ਦੇ ਸਮੇਂ ਜੇਕਰ ਸਾਡੇ ਕਿਲੇ ਦੇ ਲਾਗੋਂ ਦੀ ਲੰਘਣਾ ਹੈ ਤਾਂ ਗਿਣੇ ਚੁਣੇ ਬੰਦੇ ਹੀ ਜਾ ਸਕਦੇ ਹਨ, ਤੁਸੀਂ ਫੌਜ ਲੈ ਕੇ ਕਿਲੇ ਦੇ ਲਾਗੋਂ ਨਹੀਂ ਲੰਘ ਸਕਦੇ। ਭੀਮ ਚੰਦ ਦੇ ਬੇਟੇ ਦੇ ਸਹੁਰੇ ਪਰਿਵਾਰ ਦਾ ਨਗਰ ਪਾਉਂਟਾ ਸਾਹਿਬ ਦੀ ਧਰਤੀ ਤੋਂ ਦੂਸਰੇ ਪਾਸੇ ਸੀ। ਇਸ ਦੇ ਨਾਲ ਉਸ ਦੀ ਬੇਇੱਜ਼ਤੀ ਹੋਈ ਅਤੇ ਉਸ ਨੂੰ ਹੋਰ ਅੱਗ ਲੱਗ ਗਈ। ਭੀਮ ਚੰਦ ਨੂੰ ਥੋੜਾ ਹੀ ਸਮਾਂ ਲੰਘਿਆ। ਗੁਰੂ ਸਾਹਿਬਾਂ ਦੀ ਤਾਕਤ ਇੰਨੀ ਸੀ ਕਿ 22 ਧਰ ਦੇ ਰਾਜਿਆਂ ਦੇ ਆਪਸੀ ਸਮਝੌਤੇ ਗੁਰੂ ਸਾਹਿਬ ਆਪ ਨਿਬੇੜਦੇ ਸਨ। ਜਦੋਂ ਵਸਤੂਆਂ ਮੰਗੀਆਂ ਉਦੋਂ ਗੁਰੂ ਸਾਹਿਬ ਆਨੰਦਪੁਰ ਸਨ। ਥੋੜਾ ਸਮਾਂ ਬਾਅਦ ਉਹ ਪਾਉਂਟਾ ਸਾਹਿਬ ਆ ਗਏ। ਪਾਉਂਟਾ ਸਾਹਿਬ ਦੇ ਨੇੜੇ ਹੀ ਭੰਗਾਣੀ ਨਾਮ ਦਾ ਮੈਦਾਨ ਹੈ, ਜਿੱਥੇ ਗੁਰੂ ਸਾਹਿਬ ਫੈਸਲਾ ਕਰਵਾਉਣ ਵਾਸਤੇ ਰਾਜਿਆਂ ਦਾ ਗਏ ਸਨ। ਪਰ ਉਧਰ ਭੀਮ ਚੰਦ ਪੂਰੀ ਤਿਆਰੀ ਨਾਲ ਆਇਆ ਸੀ।
ਉਸਨੇ ਆਪਣੇ ਸਾਥੀ ਰਾਜਿਆਂ ਦੀ 80,000 ਫੌਜ ਪਹਾੜਾਂ ਵਿੱਚ ਛੁਪਾਈ ਸੀ। ਦੂਸਰੇ ਪਾਸੇ ਗੁਰੂ ਸਾਹਿਬਾਂ ਨੇ ਸਿਰਫ 50 ਸਿੰਘ 500 ਸੈਨਿਕ ਸਨ, ਜੋ ਔਰੰਗਜ਼ੇਬ ਨਾਲ ਨਾਰਾਜ਼ ਹੋ ਕੇ ਪੀਰ ਬੁੱਧੂ ਸ਼ਾਹ ਜੀ ਦੇ ਕੋਲ ਆਏ ਅਤੇ ਪੀਰ ਬੁੱਧੂ ਸ਼ਾਹ ਜੀ ਤੋਂ ਗੁਰੂ ਗੋਬਿੰਦ ਸਿੰਘ ਜੀ ਦੇ ਨਾਲ ਆ ਰਹੇ, ਜੋ ਚੰਗੇ ਸਮੇਂ ਵੇਲੇ ਚੰਗੀਆਂ ਤਨਖਾਹਾਂ ਲੈਂਦੇ ਰਹੇ ਅਤੇ ਅੰਦਰੋਂ ਅੰਦਰੀ ਭੀਮ ਚੰਦ ਨਾਲ ਹੱਥ ਮਿਲਾ ਚੁੱਕੇ ਸਨ। ਜੰਗ ਦੀ ਆਰੰਭਤਾ ਦੇ ਵਿੱਚ ਸਭ ਤੋਂ ਪਹਿਲਾਂ ਉਹੀ ਭੱਜੇ। ਇਸ ਦਾ ਵਰਣਨ ਗੁਰੂ ਗੋਬਿੰਦ ਸਿੰਘ ਜੀ ਬਚਿੱਤਰ ਨਾਟਕ ਵਿੱਚ ਕਰਦੇ ਹਨ ਕਿ ਅਸੀਂ ਥੋੜੀ ਜਿਹੀ ਫੌਜ ਦੇ ਨਾਲ ਏਡੇ ਵੱਡੇ ਦੁਸ਼ਮਣ ਦਾ ਮੁਕਾਬਲਾ ਕਰ ਰਹੇ। ਜਦੋਂ ਕਿਸੇ ਨੂੰ ਸ਼ਸਤਰ ਵਿੱਦਿਆ ਦਿੱਤੀ ਜਾਂਦੀ ਹੈ ਤਾਂ ਉਸ ਨੂੰ ਇਹ ਦੱਸਿਆ ਜਾਂਦਾ ਹੈ ਕਿ ਆਪਣੇ ਵਿਰੋਧੀ ਦੇ ਨਾਲੋਂ ਪਹਿਲਾਂ ਉਸ ਦੇ ਘੋੜੇ ਉੱਤੇ ਵਾਰ ਕਰੋ। ਜੇਕਰ ਉਹ ਘੋੜੇ ਤੋਂ ਥੱਲੇ ਉਤਰ ਜਾਵੇ ਤਾਂ ਜਿੱਤ ਆਪਣੀ ਸਮਝੋ। ਇਹੀ ਰਣਨੀਤੀ ਭੀਮ ਚੰਦ ਨੇ ਅਪਣਾਈ। ਉਸਨੇ ਪਹਿਲਾ ਤੀਰ ਗੁਰੂ ਗੋਬਿੰਦ ਸਿੰਘ ਜੀ ਦੇ ਘੋੜੇ ਨੂੰ ਮਾਰਿਆ, ਪਰ ਗੁਰੂ ਗੋਬਿੰਦ ਸਿੰਘ ਜੀ ਨੇ ਘੋੜੇ ਨੂੰ ਅੱਡੀ ਲਾ ਕੇ ਸਾਈਡ ਤੇ ਕਰ ਲਿਆ। ਭੀਮ ਚੰਦ ਬਹੁਤ ਹੈਰਾਨ ਹੋਇਆ ਕਿ ਜਿਸ ਦਾ ਕਦੇ ਵੀ ਵਾਰ ਸੁੱਕਾ ਨਹੀਂ ਗਿਆ ਸੀ, ਨਿਸ਼ਾਨਾ ਨਹੀਂ ਖੁੰਝਿਆ ਸੀ, ਉਹ ਅੱਜ ਕਿਵੇਂ ਖੁੰਝ ਗਿਆ। ਭੀਮ ਚੰਦ ਨੇ ਦੂਸਰਾ ਵਾਰ ਕੀਤਾ, ਦੂਸਰਾ ਤੀਰ ਚਲਾਇਆ, ਜੋ ਗੁਰੂ ਗੋਬਿੰਦ ਸਿੰਘ ਜੀ ਦੇ ਕੰਨ ਨੂੰ ਛੂਹ ਕੇ ਚਲੇ ਗਿਆ। ਕੁਝ ਜ਼ਿਆਦਾ ਨੁਕਸਾਨ ਨਹੀਂ ਹੋਇਆ। ਭੀਮ ਚੰਦ ਨੇ ਤੀਸਰਾ ਵਾਰ ਕੀਤਾ, ਜੋ ਗੁਰੂ ਗੋਬਿੰਦ ਸਿੰਘ ਜੀ ਦੇ ਕਮਰ ਕੱਸੇ ਤੇ ਲੱਗਾ ਅਤੇ ਉਸ ਦੀ ਚੋਭ ਗੁਰੂ ਗੋਬਿੰਦ ਸਿੰਘ ਜੀ ਤੱਕ ਪਹੁੰਚੀ। ਫਿਰ ਇੱਥੇ ਗੁਰੂ ਸਾਹਿਬਾਂ ਨੇ ਇੱਕ ਬਚਨ ਉਚਾਰਿਆ, ਜਬੈ ਬਾਣ ਲੱਗੈ ਤਬੈ ਰੂਸ ਜਾਗੈ। ਹੁਣ ਵਾਰੀ ਗੁਰੂ ਸਾਹਿਬਾਂ ਦੀ ਸੀ, ਕਿਉਂਕਿ ਭੀਮ ਚੰਦ ਨੇ 3 ਵਾਰ ਕਰ ਲਏ ਸਨ। ਗੁਰੂ ਸਾਹਿਬਾਂ ਜੀ ਨੇ ਪੂਰੇ ਜ਼ੋਰ ਨਾਲ ਤੰਦੀ ਵਿੱਚ ਤੀਰ ਖਿੱਚ ਕੇ ਛੱਡਿਆ ਤਾਂ ਭੀਮ ਚੰਦ ਦੇ ਕੋਲੋਂ ਇੱਕ ਤੀਰ ਵੀ ਨਹੀਂ ਚੱਲਿਆ ਗਿਆ। ਇੱਕੋ ਤੀਰ ਦੇ ਨਾਲ ਹੀ ਉਸ ਦਾ ਕੀਰਤਨ ਸੋਹਿਲਾ ਪੜਿਆ ਗਿਆ। ਇਸ ਜੰਗ ਦਾ ਹੋਰ ਵਿਸਥਾਰ ਦੇਖਣ ਲਈ ਚੈਨਲ ਨੂੰ ਸਬਸਕ੍ਰਾਈਬ ਕਰ ਦਿਓ ਜੀ। ਜਦੋਂ ਇਸ ਗੱਲ ਦਾ ਪੀਰ ਬੁੱਧੂ ਸ਼ਾਹ ਜੀ ਨੂੰ ਪਤਾ ਲੱਗਾ ਕਿ ਗੁਰੂ ਸਾਹਿਬਾਂ ਜੀ ਤੇ ਹਮਲਾ ਹੋਇਆ ਹੈ ਤਾਂ ਉਹ ਆਪਣੇ 700 ਮੁਰੀਦ, ਪੀਰ ਬੁੱਧੂ ਸ਼ਾਹ ਜੀ ਦਾ ਇਸਲਾਮ ਧਰਮ ਵਿੱਚ ਬਹੁਤ ਜ਼ਿਆਦਾ ਸਤਿਕਾਰ ਸੀ। ਇਸ ਕਾਰਨ ਉਹਨਾਂ ਦੇ ਕੋਲ ਵਿਦਿਆਰਥੀ ਅਤੇ ਸੰਗਤ ਆਉਂਦੀ ਹੀ ਰਹਿੰਦੀ ਸੀ ਮੁਸਲਮਾਨਾਂ ਦੀ। ਉਹਨਾਂ ਨੇ 700 ਮੁਰੀਦ ਅਤੇ 3 ਆਪਣੇ ਪੁੱਤਰ ਲੈ ਕੇ ਭੰਗਾਣੀ ਦੇ ਜੰਗ ਵਿੱਚ ਆ ਗਏ, ਪਰ ਆਉਂਦਿਆਂ ਨੂੰ ਗੁਰੂ ਸਾਹਿਬਾਂ ਨੇ ਮੋਰਚਾ ਪੂਰਾ ਸੰਭਾਲਿਆ ਸੀ। ਜਦੋਂ ਇਹ ਆਏ, ਇਹਨਾਂ ਦੇ ਆਉਣ ਦੇ ਨਾਲ ਮੋਰਚਾ ਫਤਿਹ ਹੋ ਗਿਆ। ਪੀਰ ਬੁੱਧੂ ਸ਼ਾਹ ਜੀ ਦੇ 3 ਬੇਟੇ ਇਸ ਜੰਗ ਵਿੱਚ ਸ਼ਹੀਦ ਹੋਏ। ਪੀਰ ਬੁੱਧੂ ਸ਼ਾਹ ਜੀ ਦਾ ਸਿੱਖ ਧਰਮ ਦੇ ਵਿੱਚ ਵੱਡਾ ਸਤਿਕਾਰ ਹੈ ਅਤੇ ਸਾਨੂੰ ਕਰਨਾ ਵੀ ਚਾਹੀਦਾ ਹੈ। ਸ਼ਾਇਦ ਇਹਨਾਂ ਦੀਆਂ ਕੁਰਬਾਨੀਆਂ ਨੇ ਹੀ ਇਸ ਚੀਜ਼ ਦੀ ਵਿਆਖਿਆ ਕੀਤੀ ਹੈ ਸਿੱਖ ਧਰਮ ਅੰਦਰ ਕਿ ਬੇਨਮਾਜ਼ਾ ਕੁੱਤਿਆ ਇਹ ਨਾ ਭਲੀ ਰੀਤ, ਕਿ ਮੁਸਲਮਾਨ ਨੂੰ ਨਮਾਜ਼ ਪੜ੍ਹਨੀ ਚਾਹੀਦੀ ਹੈ। ਸਾਰੇ ਮੁਸਲਮਾਨ ਮਾੜੇ ਨਹੀਂ ਹੁੰਦੇ। ਜਦੋਂ ਪੀਰ ਬੁੱਧੂ ਸ਼ਾਹ ਜੀ ਨੇ 3 ਪੁੱਤਰ ਸ਼ਹੀਦ ਕਰਵਾ ਲਏ ਤਾਂ ਫੇਰ ਸਾਹਿਬ ਸ੍ਰੀ ਗੁਰੂ ਗੋਬਿੰਦ ਸਿੰਘ ਜੀ ਨੂੰ ਮਿਲਣ ਆਏ ਤਾਂ ਗੁਰੂ ਸਾਹਿਬ ਜੀ ਨੇ ਕਿਹਾ, ਪੀਰ ਜੀ ਮੰਗ ਲਓ, ਕੁਝ ਮੰਗਣਾ ਹੈ। ਤਾਂ ਪੀਰ ਬੁੱਧੂ ਸ਼ਾਹ ਜੀ ਨੇ ਕਿਹਾ ਕਿ ਮੈਨੂੰ ਆਪਣੇ ਕੇਸਾਂ ਦਾ ਭਰਿਆ ਹੋਇਆ ਕੰਘਾ ਦੇ ਦਿਓ, ਕਿਉਂਕਿ ਗੁਰੂ ਸਾਹਿਬ ਉਸ ਵਕਤ ਕੰਘਾ ਕਰ ਰਹੇ ਸਨ। ਗੁਰੂ ਸਾਹਿਬ ਨੇ ਉਹਨਾਂ ਦੀ ਬੇਨਤੀ ਨੂੰ ਪ੍ਰਵਾਨ ਕੀਤਾ ਅਤੇ ਕੁਝ ਹੋਰ ਨਿਸ਼ਾਨੀਆਂ ਵੀ ਦਿੱਤੀਆਂ, ਜੋ ਅੱਜ ਵੀ ਪੀਰ ਜੀ ਦੇ ਪਰਿਵਾਰ ਦੇ ਕੋਲ ਮੌਜੂਦ ਹਨ। ਇਹਨਾਂ ਦਾ ਪਰਿਵਾਰ ਹੁਣ ਯੂਕੇ ਵਿੱਚ ਸੈਟਲ ਹੈ। ਜਦੋਂ ਇਸ ਗੱਲ ਦਾ ਔਰੰਗਜ਼ੇਬ ਨੂੰ ਪਤਾ ਲੱਗਾ ਕਿ ਸਾਡੀ ਹਾਰ ਦੇ ਵਿੱਚ ਅਹਿਮ ਭੂਮਿਕਾ ਪੀਰ ਬੁੱਧੂ ਸ਼ਾਹ ਜੀ ਦੀ ਹੈ ਤਾਂ ਉਹ ਅੱਗ ਬੁਲਬੁਲਾ ਹੋ ਉੱਠਿਆ। ਪੀਰ ਬੁੱਧੂ ਸ਼ਾਹ ਜੀ ਨੂੰ ਜਿਉਂਦਿਆਂ ਨੂੰ ਹੀ ਧਰਤੀ ਵਿੱਚ ਗੱਡ ਕੇ ਅਤੇ ਇਹਨਾਂ ਦੇ ਸਿਰ ਉੱਪਰ ਦਹੀਂ ਅਤੇ ਲਹੂ ਮਿਲਾ ਕੇ ਪਾਇਆ ਗਿਆ। ਫਿਰ ਹਲਕਾਏ ਕੁੱਤਿਆਂ ਨੂੰ ਉੱਤੇ ਛੱਡਿਆ ਗਿਆ ਅਤੇ ਇਹਨਾਂ ਦਾ ਸਿਰ ਜਿਉਂਦਿਆਂ ਦਾ ਹੀ ਕੁੱਤਿਆਂ ਨੇ ਨੋਚ-ਨੋਚ ਕੇ ਖਾ ਲਿਆ। ਇਸ ਤਰੀਕੇ ਦੀ ਕੁਰਬਾਨੀ ਦਿੱਤੀ ਹੈ ਪੀਰ ਬੁੱਧੂ ਸ਼ਾਹ ਜੀ ਨੇ ਸਿੱਖ ਧਰਮ ਲਈ। ਸਮਾਂ ਬਦਲਿਆ। ਗੁਰੂ ਸਾਹਿਬਾਂ ਨੇ ਬਾਬਾ ਬੰਦਾ ਸਿੰਘ ਬਹਾਦਰ ਦੀ ਪਿੱਠ ਉੱਤੇ ਥਾਪੀ ਦਿੱਤੀ ਅਤੇ ਚਾੜੀਆਂ ਹੋਈਆਂ ਭਾਜੀਆਂ ਦਾ ਬਦਲਾ ਇਸੇ ਤਰ੍ਹਾਂ ਹੀ ਲਿਆ ਗਿਆ। ਜਿਸ ਤਰ੍ਹਾਂ ਪੀਰ ਬੁੱਧੂ ਸ਼ਾਹ ਜੀ ਨੂੰ ਸ਼ਹੀਦ ਕੀਤਾ ਸੀ, ਇਸੇ ਤਰ੍ਹਾਂ ਹੀ ਪੀਰ ਬੁੱਧੂ ਸ਼ਾਹ ਜੀ ਦੇ ਕਾਤਲਾਂ ਨੂੰ ਬਾਬਾ ਬੰਦਾ ਸਿੰਘ ਜੀ ਬਹਾਦਰ ਨੇ ਧੂ ਕੇ ਮਾਰਿਆ, ਜ਼ਮੀਨ ਵਿੱਚ ਗੱਡ ਕੇ ਮਾਰਿਆ। ਵੰਡ ਕੇ ਛਕਣਾ ਅਤੇ ਸੋਧਾ ਲਾਉਣਾ ਦੋਵੇਂ ਵੱਖ-ਵੱਖ ਸਿਧਾਂਤ ਹਨ। ਵੰਡ ਕੇ ਛਕਣਾ ਅਤੇ ਸੋਧਾ ਲਾਉਣਾ ਦੋਵਾਂ ਨੂੰ ਅਸੀਂ ਇੱਕੋ ਥਾਂ ਤੇ ਸੇਵਾ ਕਿਸ ਤਰ੍ਹਾਂ ਮੰਨ ਲੈਨੇ ਹਾਂ, ਇਸ ਨੂੰ ਸਪਸ਼ਟ ਕਰੀਏ। ਇਹ ਜ਼ਿੰਦਗੀ ਲਈ ਜ਼ਰੂਰੀ ਹੈ। ਗੁਰਬਾਣੀ ਇਹ ਮੰਨਦੀ ਹੈ ਕਿ ਜੀਵ 84 ਲੱਖ ਜੂਨਾਂ ਤੋਂ ਹੁੰਦਾ ਹੋਇਆ ਇੱਥੋਂ ਤੱਕ ਪਹੁੰਚਿਆ ਹੈ। 84 ਲੱਖ ਜੂਨਾਂ ਤੋਂ ਹੁੰਦਾ ਹੋਇਆ ਇੱਥੋਂ ਤੱਕ ਪਹੁੰਚਿਆ ਹੈ। ਅੱਜ ਵੀ ਮਨੁੱਖ ਵਿੱਚ ਕਈ ਗੁਣ ਐਸੇ ਹਨ ਜੋ ਦੂਜਿਆਂ ਜੀਵਾਂ ਦੇ ਨਾਲ ਰਲਦੇ ਹਨ। ਇਸ ਸਿਧਾਂਤ ਨੂੰ ਸਮਝਣ ਵਾਸਤੇ ਥੋੜਾ ਬਰੀਕੀ ਵਿੱਚ ਪਿੱਛੇ ਜਾਣਾ ਪਵੇਗਾ, ਕਿਉਂਕਿ ਸਾਨੂੰ ਪਤਾ ਲੱਗ ਸਕੇ ਕਿ ਮਨੁੱਖੀ ਸਰੀਰ ਦੀ ਅਹਿਮੀਅਤ ਕੀ ਹੈ। 84 ਲੱਖ ਜੂਨਾਂ ਵਿੱਚੋਂ ਕੁਝ ਅੰਸ਼ ਸਾਡੇ ਵਿੱਚ ਅੱਜ ਵੀ ਮੌਜੂਦ ਹਨ, ਜੋ ਇਸ ਤਰ੍ਹਾਂ ਹਨ ਜਿਵੇਂ ਦੂਜੇ ਜੀਵ ਆਪਣੇ ਭੋਜਨ ਦੀ ਤਲਾਸ਼ ਵਾਸਤੇ ਘਰੋਂ ਨਿਕਲਦੇ ਹਨ। ਮਨੁੱਖ ਅੱਜ ਵੀ ਇਸੇ ਤਰ੍ਹਾਂ ਹੀ ਕਰਦਾ ਹੈ। ਸੈਕਸ ਕਰਕੇ ਬੱਚੇ ਪੈਦਾ ਕਰਨੇ, ਮੌਤ ਤੋਂ ਡਰ ਕੇ ਭੱਜਣਾ, ਰਾਤ ਨੂੰ ਆਰਾਮ ਕਰਨਾ ਅਤੇ ਆਪਣਾ ਘਰ ਬਣਾਉਣਾ, ਇਹ ਕੰਮ ਤਾਂ ਅਸੀਂ 84 ਲੱਖ ਜੂਨਾਂ ਵਿੱਚ ਵੀ ਕਰਦੇ ਆਏ ਹਾਂ। ਜੋ ਇਸ ਤੋਂ ਵੱਖਰਾ ਹੈ ਉਹ ਇਹ ਹੈ, ਸਾਹਿਬ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਅਨੁਸਾਰ ਸਰਵ ਸ਼ਬਦੰ ਏਕ ਸ਼ਬਦੰ ਜੇ ਕੋ ਜਾਣੈ ਭਿਓ, ਨਾਨਕ ਤਾਂ ਕੋ ਦਾਸ ਹੈ ਸੋਈ ਨਿਰੰਜਨ ਦਿਓ। ਇਸ ਦਾ ਅਰਥ ਇਹ ਹੈ ਕਿ ਸਾਰਿਆਂ ਕੰਮਾਂ ਦੇ ਵਿੱਚ ਪਰਮਾਤਮਾ ਵਰਤ ਰਿਹਾ ਹੈ, ਸਾਰਿਆਂ ਸ਼ਬਦਾਂ ਵਿੱਚ ਵਾਹਿਗੁਰੂ ਦਾ ਵਾਸਾ ਹੈ। ਏਕ ਸ਼ਬਦੰ, ਜੇ ਕੋਈ ਇਸ ਭੇਦ ਨੂੰ ਸਮਝ ਲਵੇ। ਇੱਥੇ ਸ਼ਬਦੰ ਦਾ ਅਰਥ ਹੈ ਫਰਜ਼। ਇੱਕ ਬੱਚੇ ਦਾ ਫਰਜ਼ ਬਣਦਾ ਹੈ ਉਹ ਪੜ੍ਹਾਈ ਕਰੇ, ਕੋਈ ਕੰਮ ਸਿੱਖੇ, ਆਪਣੀ ਜ਼ਿੰਦਗੀ ਦੇ ਪਾਲਿਸ਼ ਮਾਰੇ। ਇੱਕ ਜਵਾਨ ਦਾ ਫਰਜ਼ ਬਣਦਾ ਹੈ ਉਹ ਕਮਾਈ ਕਰੇ, ਸਾਰੇ ਮੈਂਬਰਾਂ ਦੇ ਵਿੱਚ ਖਲੋ ਕੇ ਸਾਰਿਆਂ ਨੂੰ ਥਾਂ ਥਾਈ ਰੱਖੇ। ਇੱਕ ਸੱਸ ਦਾ ਫਰਜ਼ ਹੈ ਉਹ ਨੌਂ ਨੂੰ ਧੀ ਸਮਝੇ, ਉਸਦੇ ਔਗਣ
ਨਾ ਚਿਤਾਰੇ। ਇੱਕ ਨਹੁੰ ਦਾ ਫਰਜ਼ ਹੈ ਜਦੋਂ ਹਿੱਸਾ ਮਾਂ-ਬਾਪ ਦੇ ਕੋਲੋਂ ਲੈਣਾ ਹੈ, ਗਾਲਾਂ ਦਾ ਗੁੱਸਾ ਨਾ ਕਰੇ, ਸੱਸ ਔਗਣ ਨਾ ਕੱਢੇ, ਉਹਨੂੰ ਧੀ ਜਾਣੇ। ਬਜ਼ੁਰਗਾਂ ਦਾ ਕੰਮ ਹੈ ਆਉਣ ਵਾਲੇ ਸਮੇਂ ਦੇ ਵਾਸਤੇ ਆਪਣੇ ਬੱਚਿਆਂ ਲਈ ਪ੍ਰਬੰਧ ਕਰਨਾ, ਉਹਨਾਂ ਦੀ ਇੱਜ਼ਤ ਦਾ ਖਿਆਲ ਰੱਖਣਾ। ਇਸ ਤਰੀਕੇ ਦੇ ਨਾਲ ਜਦੋਂ ਅਸੀਂ ਆਪਣੇ ਫਰਜ਼ ਨੂੰ ਨਿਭਾਉਂਦੇ ਹਾਂ, ਜੇਕਰ ਫਰਜ਼ ਨੂੰ ਨਿਭਾਉਂਦਿਆਂ ਹੋਇਆਂ ਹਰ ਕੀਤਾ ਹੋਇਆ ਕੰਮ ਸਫਲ ਹੈ, ਚਾਹੇ ਉਹ ਵੰਡ ਕੇ ਛਕਣਾ ਹੋਵੇ, ਜੇ ਲੋੜ ਪਵੇ ਤਾਂ ਆਪਣੇ ਆਪ ਨੂੰ ਕੁਰਬਾਨ ਕਰਨਾ ਪਵੇ, ਜੇਕਰ ਦੂਸਰਿਆਂ ਦੇ ਫਾਇਦੇ ਵਾਸਤੇ, ਦੂਸਰਿਆਂ ਤੇ ਹੁੰਦੇ ਜ਼ੁਲਮ ਨੂੰ ਰੋਕਣ ਵਾਸਤੇ ਤਲਵਾਰ ਦੇ ਮਿਆਨ ਨੂੰ ਹੱਥ ਪਾਉਣਾ ਪਵੇ, ਤਾਂ ਇਹ ਵੀ ਧਰਮ ਹੈ। ਤਾਂ ਫਿਰ ਕੀ ਹੁੰਦਾ ਹੈ? ਨਾਨਕ ਤਾਂ ਕੋ ਦਾਸ ਹੈ ਸੋਈ ਨਿਰੰਜਨ ਦੇਵ। ਗੁਰੂ ਨਾਨਕ ਸਾਹਿਬ ਕਹਿੰਦੇ ਮੈਂ ਉਹਦਾ ਦਾਸ ਹਾਂ ਤਾਂ ਉਹ ਦੇਵਤਿਆਂ ਵਰਗਾ ਹੈ ਜਿਹੜਾ ਜੀਵ ਆਪਣੇ ਫਰਜ਼ ਨੂੰ ਪਛਾਣ ਲਵੇ। ਸੋ ਚੈਨਲ ਨੂੰ ਸਬਸਕ੍ਰਾਈਬ ਕਰ ਦਿਓ।